ਉਹ ਵਕਤ ਸੀਗਾ ਜਦੋਂ ਦਿੱਲੀ ਦੇ ਅੰਦਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ ਸੀ ਤੇ ਦੇਸ਼ ਦੀ ਪ੍ਰਧਾਨ ਮੰਤਰੀ ਦੇ ਆਉਣ ਤੇ ਸਤਿਗੁਰੂ ਜੀ ਦੇ ਹਜ਼ੂਰ ਸਾਰੇ ਉੱਠ ਕਰਕੇ ਖੜੇ ਹੋ ਗਏ। ਜੇ ਨਹੀਂ ਸੀ ਉੱਠੇ ਤੇ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਂਪੁਰਖ ਸਿੰਘਾਂ ਦੇ ਸਮੇਤ ਨਹੀਂ ਸੀ ਉੱਠੇ। ਫਿਰ ਸਮਾਂ ਮਿਲਣ ਤੇ ਸਟੇਜ ਤੇ ਕਿਹਾ ਸੀ, ਖਾਲਸਾ ਜੀ ਸਾਡੀ ਜ਼ਮੀਰ ਮਰ ਗਈ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਕੋਈ ਵੀ ਵੱਡੇ ਤੋਂ ਵੱਡਾ ਲੀਡਰ ਕਿਉਂ ਨਾ ਆਵੇ, ਸਤਿਗੁਰੂ ਜੀ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਹੋਇਆਂ ਸਾਨੂੰ ਕਿਸੇ ਹੋਰ ਦੇ ਸਤਿਕਾਰ ਵਿੱਚ ਨਹੀਂ ਉੱਠਣਾ ਚਾਹੀਦਾ। ਫਿਰ ਉੱਥੇ ਇਹ ਏਜੰਡਾ ਰੱਖਿਆ ਗਿਆ ਸੀ ਕਿ ਹਿੰਦੁਸਤਾਨ ਵਿੱਚੋਂ ਗਰੀਬੀ ਕਿਵੇਂ ਮੁੱਕੇ। ਫਿਰ ਖੁਸ਼ਾਮਦੀਆਂ ਨੇ ਇੱਥੋਂ ਤੱਕ ਕਿਹਾ ਸੀ ਕਿ ਜਿਵੇਂ ਸਰਕਾਰ ਨੇ ਸਾਡੇ ਨਾਲ ਨਾਤਾ ਗੰਢਿਆ ਹੈ, ਮੇਨਕਾ ਗਾਂਧੀ ਵੱਲੋਂ ਕਿ ਸਾਡੇ ਸਿੱਖਾਂ ਨਾਲ ਨਾਤਾ ਗੰਢ ਕੇ ਬੜਾ ਸਾਡੇ ਤੇ ਪਰਉਪਕਾਰ ਕੀਤਾ, ਸਦਾ ਹੀ ਸਰਕਾਰ ਸਾਡੇ ਤੇ ਇਵੇਂ ਰਹਿਮਤ ਰੱਖੇ। ਮਹਾਂਪੁਰਖਾਂ ਨੇ ਕਿਹਾ ਸੀ, ਖਾਲਸਾ ਜੀ ਖਾਲਸੇ ਵਾਂਗ ਰਾਜ ਕਰਾਂਗੇ, ਰਾਜਪੂਤਾਂ ਵਾਂਗ ਰਾਜ ਨਹੀਂ ਕਰਨਾ। ਰਾਜਪੂਤ ਆਪਣੀਆਂ ਧੀਆਂ ਦੇ ਡੋਲੇ ਮੁਗਲ ਬਾਦਸ਼ਾਹਾਂ ਨੂੰ ਦੇ ਕਰਕੇ ਤੇ ਇਵਜ਼ਾਨੇ ਵਜੋਂ ਰਾਜ ਕਰਦੇ ਸੀ। ਖਾਲਸੇ ਨੇ ਇਸ ਤਰ੍ਹਾਂ ਕਦੇ ਰਾਜ ਨਹੀਂ ਕੀਤਾ ਕਿ ਆਪਣੀਆਂ ਧੀਆਂ ਦੇ ਡੋਲੇ ਦੇ ਕਰਕੇ ਰਾਜ ਲਵਾਂਗੇ। ਕਹਿੰਦੇ ਨਹੀਂ ਤਾਂ ਭੁੱਖੇ ਜੰਗਲਾਂ ਵਿੱਚ ਦਿਨ ਕੱਟ ਲਵਾਂਗੇ, ਰਾਜ ਲਾਂਗੇ ਤੇ ਆਪਣੇ ਬਾਹਾਂ ਦੇ ਜ਼ੋਰ ਨਾਲ ਲਵਾਂਗੇ। ਇਹ ਵਚਨ ਮਹਾਂਪੁਰਖਾਂ ਉਸ ਸਮੇਂ ਕਹੇ ਸੀ। ਤੇ ਗਰੀਬੀ ਤੇ ਵਚਨ ਕਿਹਾ ਸੀ ਕਿ ਸਾਡੀਆਂ ਦੋ ਰਾਵਾਂ ਨੇ। ਇੱਕ ਤਾਂ ਕਹਿੰਦੇ ਕਿ ਸਾਰਾ ਜਿੰਨਾ ਵੀ ਹਿੰਦੁਸਤਾਨ ਵਿੱਚ ਤੰਬਾਕੂ ਤੇ ਖਰਚਾ ਹੁੰਦਾ ਹੈ ਨਾ, ਉਹ ਸਾਰਾ ਖਰਚਾ ਕਹਿੰਦੇ ਗਰੀਬਾਂ ਤੇ ਲਾ ਦਿਓ। ਕਹਿੰਦੇ ਹਿੰਦੁਸਤਾਨ ਵਿੱਚੋਂ ਗਰੀਬੀ ਮੁੱਕ ਜਾਏਗੀ। ਜੇ ਤੁਸੀਂ ਇਹ ਨਹੀਂ ਕਰ ਸਕਦੇ ਤੇ ਫਿਰ ਦੂਸਰਾ ਰਾਹ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵਾਲਾ, ਜਿਹੜਾ ਗੁਰੂ ਕਲਗੀਧਰ ਸਾਹਿਬ ਜੀ ਨੇ ਕਿਹਾ ਕਿ ਜੋ ਤਾਕੇ ਮਾਰਗ ਮਹਿ ਆਏ ਤੇ ਦੁੱਖ ਭੂਖ ਨਾ ਕਬੂ ਸਤਾਏ, ਜਾਓ ਸਾਰੇ ਅੰਮ੍ਰਿਤ ਛਕ ਲਓ, ਹਿੰਦੁਸਤਾਨ ਵਿੱਚੋਂ ਗਰੀਬੀ ਖੰਭ ਲਾ ਕੇ ਉੱਡ ਜਾਏਗੀ। ਇਹ ਉਸ ਸਮੇਂ ਬਚਨ ਕਹੇ ਸੀ। ਤੇ ਸਾਧ ਸੰਗਤ ਜੀ ਗੁਰਮਤਿ ਦਾ ਵੀ ਏਡਾ ਵੱਡਾ ਪ੍ਰਚਾਰ ਕੀਤਾ। ਆਪ ਜੀ ਦੇ ਬੇਅੰਤ ਪੜ੍ਹਾਏ ਹੋਏ ਵਿਦਿਆਰਥੀ ਬਤੌਰ ਗਿਆਨੀ ਸਿੰਘਾਂ ਵਜੋਂ ਸੇਵਾ ਕਰਦੇ ਰਹੇ ਹੈ, ਜਿਨ੍ਹਾਂ ਵਿੱਚੋਂ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਬਤੌਰ ਮੁੱਖ ਕਥਾਵਾਚਕ ਦੀਵਾਨ ਮੰਜੀ ਸਾਹਿਬ ਦੀਵਾਨ ਹਾਲ ਵਿਖੇ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਲੰਮਾ ਅਰਸਾ ਸੇਵਾ ਕੀਤੀ ਹੈ। ਉਹਨਾਂ ਨੇ ਮਹਾਂਪੁਰਖਾਂ ਦੇ ਜੀਵਨ ਤੇ ਇੱਕ ਪੋਥੀ ਲਿਖੀ ਹੈ ਜਿਸ ਦਾ ਨਾਮ ਹੈ ਚਿੱਟਾ ਚੋਲਾ। ਉਹਨਾਂ ਨੇ ਉਹਦੇ ਵਿੱਚ ਕਾਰਨ ਲਿਖਿਆ ਹੈ ਕਿ ਇਹ ਚਿੱਟਾ ਚੋਲਾ ਪੋਥੀ ਦਾ ਨਾਮ ਕਿਉਂ ਰੱਖਿਆ। ਮਹਾਂਪੁਰਖਾਂ ਦਾ ਜੀਵਨ ਲਿਖਿਆ। ਉਹ ਕਹਿੰਦੇ ਇਹ ਇਸ ਕਰਕੇ ਰੱਖਿਆ, ਵਿੱਚ ਲਿਖਿਆ ਵੀ ਹੋਇਆ। ਕਹਿੰਦੇ ਜਦੋਂ ਸੰਤ ਜੀ ਮਹਾਂਪੁਰਖ ਜਥੇ ਵਿੱਚ ਆ ਗਏ ਸੀ ਤੇ ਇੱਕ ਵਾਰੀ ਆਪਣੇ ਨਗਰ ਗਏ ਤੇ ਚਿੱਟਾ ਚੋਲਾ ਪਾਇਆ, ਨੀਲੀ ਦਸਤਾਰ ਬੰਨੀ ਹੈ, ਰਾਹ ਤੇ ਤੁਰੇ ਜਾਣ ਆਪਣੇ ਘਰ ਵੱਲ ਨੂੰ। ਤੇ ਮਹਾਂਪੁਰਖਾਂ ਦੇ ਇਉਂ ਸ਼ਰੀਕੇ ਵਿੱਚੋਂ ਇੱਕ ਬਜ਼ੁਰਗ ਸੀਗਾ ਤੇ ਉਹ ਕਹਿਣ ਲੱਗਾ, ਭਾਈ ਕਰਤਾਰ ਸਿੰਘ ਚੋਲਾ ਤੇ ਤੂੰ ਚਿੱਟਾ ਪਾ ਲਿਆ, ਪਰ ਵੇਖੀ ਹੁਣ ਇਸ ਚਿੱਟੇ ਚੋਲੇ ਨੂੰ ਕਿਤੇ ਦਾਗ ਨਾ ਲੱਗੇ। ਉਹ ਮਹਾਂਪੁਰਖਾਂ ਨੇ ਕਿਹਾ ਹੋਇਆ ਬਚਨ ਆਪਣੇ ਜੀਵਨ ਵਿੱਚ ਕਮਾਇਆ। ਉਸ ਮਹਾਂਪੁਰਖ ਨੇ ਕਦੇ ਆਪਣੇ ਆਤਮਾ ਰੂਪੀ ਚੋਲੇ ਨੂੰ ਦਾਗ ਨਹੀਂ ਲੱਗਣ ਦਿੱਤਾ। ਇਹੋ ਜਿਹਾ ਚੋਲਾ ਆਪਦਾ ਚਿੱਟਾ ਰੱਖਿਆ। ਤੇ ਐਮਰਜੈਂਸੀ ਜਦੋਂ ਲਾ ਦਿੱਤੀ ਸੀ ਸਰਕਾਰ ਨੇ, ਉਦੋਂ 37 ਭਾਰੇ ਜਲੂਸ ਕੱਢ ਕੇ ਐਮਰਜੈਂਸੀ ਦੀਆਂ ਧੱਜੀਆਂ ਉਡਾ ਦਿੱਤੀਆਂ ਸੀ। ਦੱਸ ਦਿੱਤਾ ਸੀ ਸਰਕਾਰ ਨੂੰ ਕਿ ਸਿੰਘ ਕਿਵੇਂ ਸਿੰਘਾਊ ਪੁਣੇ ਨਾਲ ਜੀਵਾ ਕਰਦੇ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਖਸ਼ਿਸ਼ ਭਰੀ ਸਾਧ ਸੰਗਤ ਜੀ ਸਿੱਖਿਆ ਪੰਥ ਦੇ ਅੰਦਰ ਦ੍ਰਿੜ ਕਰਵਾਈ। ਪੰਥ ਨੂੰ ਸੁੱਤੇ ਪਏ ਨੂੰ ਜਗਾ ਦਿੱਤਾ ਸੀ ਇਹ ਜਕਾਰਾ ਦੇ ਕਰਕੇ ਕਿ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਉਸ ਸਮੇਂ ਨੌਜਵਾਨਾਂ ਦੇ ਵਿੱਚ ਰਿਵਾਜ ਸੀ ਦਾੜ੍ਹੀਆਂ ਕਟਾਈ ਜਾਂਦੇ ਸੀ ਤੇ ਜਿਹੜੀ ਸਰਕਾਰ ਵੱਲੋਂ ਸਕੀਮਾਂ ਚਲਾਈਆਂ ਹੋਈਆਂ ਸੀ, ਹਮ ਦੋ ਹਮਾਰੇ ਦੋ, ਦੋ ਹੀ ਕਾਫੀ ਹੋਰ ਤੋਂ ਮਾਫੀ, ਫੜ ਕੇ ਸਿੱਖਾਂ ਨੂੰ ਹਿਜੜਿਆਂ ਬਣਾਇਆ ਜਾ ਰਿਹਾ ਸੀ। ਬੁਲੰਦ ਆਵਾਜ਼ ਵਿੱਚ ਮਹਾਂਪੁਰਖਾਂ ਕਿਹਾ ਸੀ ਕਿ ਭਾਈ ਸਿੱਖੋ ਇਹ ਤੁਹਾਨੂੰ ਖੁਸਰੇ ਕੀਤਾ ਜਾ ਰਿਹਾ ਹੈ। ਇਹੋ ਜਿਹੀਆਂ ਚੀਜ਼ਾਂ ਦਾ ਮਹਾਂਪੁਰਖਾਂ ਨੇ ਡਟ ਕੇ ਵਿਰੋਧ ਕੀਤਾ। ਜੇ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਤੋਂ ਬਾਅਦ ਆਪ ਜੀ ਨੂੰ ਕਹਿਣ ਲੱਗੇ ਕਿ ਮਹਾਰਾਜ ਅੱਜ ਸਟੇਜ ਤੇ ਨਾ ਬੋਲਿਓ, ਤੁਹਾਨੂੰ ਪੁਲਿਸ ਗ੍ਰਿਫਤਾਰ ਕਰ ਲਵੇਗੀ।
महापुरख कहंदे अगे तां बोलण दा प्रोग्राम नहीं सी, आपां चले सां अगे प्रोग्राम ते, पर हुण जरूर बोलांगे। स्टेज ते चढ़ के उस समय 1 ਲੱਖ ਦੇ ਇਕੱਠ ਵਿੱਚ महापुरखां किहा सी कि भाई जदों पंथ ते भीड़ पै जावे फिर अपने आप नूं संत कहाउणा ते जथेदार कहाउणा ते लुक के बैठ जाना, ये कहंदे भाई बहुत माड़ी गल है, बुजदली वाली गल है। जे संत कहाउने आ, जथेदार कहाउने आ, ते जदों पंथ ते भीड़ पैंदी है उदों फिर पंथ दे उस दुख नूं, आई भीड़ नूं, आई विपता नूं दूर करन वास्ते अपना खून डोलना चाहीदा है। कहंदे सानू कहा कि गिरफ्तार कर लिया जाएगा। महापुरखां दे वचन सी कि कहंदे पंथ वास्ते हथ कड़ियां लवाउण नूं मेरे हथ तरसदे आ। महापुरखां दे वचन सी कि जिहड़ा काम मैं 6 साल विच ना कर सकिया, जे मैनूं सरकार ने गिरफ्तार कर लिया वो 6 हफ्तियां च हो जाऊगा, ते जे मैनूं मार दिता ते कहंदे जिहड़ा 6 हफ्तियां च काम होना 6 दिनां च हो जाऊगा। इस तरह महापुरख साध संगत जी जिन्हां ने नौजवानों के अंदर लहर पैदा की, उन्हां समयां विच गिद्धे भंगड़े ते तीयां लगदे डट के विरोध कीता सी, खालसा जी ये किहड़ियां पुठियां कामां च पै गए हो, तुहाडा ये काम नहीं, ये तां नचारां दे काम ने। ते ओहदा पिछोकड़ महापुरखां दस्सिया कि जदों भाई मुगल आउंदे ना पिंडां विच ते ओह बाहर कढ लैंदे कि कोई नौजवान इस्त्री जिहड़ी आ घरां च ना रहे, फिर उत्थे गिद्धा पाउंदियां नूं वेख करके पसंद करके ते चक के लै जांदे सी। कहंदे कोई अणख दी गल है कि नौजवान लड़कियां गिद्धा पाउण, फिर उत्थे जिन्नियां गंदियां गल्लां आपस विचों करदे आ होर कित्थे करनीआं। नौजवान मुंडे जा जा के फिर वेखदे अपणियां नचदियां होईयां भैणां नूं। ये साध संगत जी महापुरखां करीतियां जिहड़ियां सी सिखां दे अंदरों नाश कीतियां। जदों 37 जलूस कढे सन, एक नगर कीर्तन गुरदासपुर तो साध संगत जी हुंदा होया आउणा सीगा, ते कुछ आ करके सरकारी कर्मचारी कहण लगे कि आपदे तुसीं जलूस का जिहड़ा प्रोग्राम है बदलो। कहण लगे महापुरख की गल है, कहंदे जी उथों मंत्री ने कल लंघना ते वो राह बंद कीते हुए है। महापुरखां ने बड़े ते समय डट के कहा सी कि उत्थे 3 लोकां दे मालक गुरु ग्रंथ साहिब दी सवारी लंघनी है, आपदे मंत्री नूं कहो कि पैरां दी जुत्ती ला के हथ जोड़ के खलो जावे ते नमस्कार करे जां आपदा राह बदल लवे, गुरु ग्रंथ साहिब दी सवारी दा राह नहीं बदलेगा। ये साध संगत जी इहो जिहा उन्हां ने गुरमत दे असूलां ते पहरा दिता कि कोई एक मनुख होवे गंद दा पुतला ते ओह गुरु ग्रंथ साहिब जी दे एडी आउंदी संगत दे नगर कीर्तन दा राह बदलना चाहे, पर उन्हां महापुरखां ने किस तरह बुलंद आवाज विच साध संगत जी डट के दस्सिया सीगा जरवाणियां नूं कि खालसा गुरु गोबिंद सिंह साहिब दे दिते होए असूलां दे मुताबक किवें जीविया करदा है।